परमेश्वर की हज़ूरी विच बैठे सारे भैन भरावां नूं प्यार भरी जय मसीह दी। अज शाम के समय में आपां परमेश्वर की हज़ूरी विच इकट्ठे होए हां। आओ अज दे दिन की किरपा दे लई परमेश्वर जी का धन्नवाद करते हुए प्रार्थना करिए। हालेलुया 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 हालेलुया। धन्नवाद 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 पिता परमेश्वर मसीह नासरी तुहाडा धन्नवाद करते हैं। तुहाडा शुक्र करते मेरे प्रभु जी, अज इस दिन की किरपा दे लई मेरे पिता परमेश्वर। दिन भर तुसीं सानूं संभाल के रखिया मेरे प्रभु जी। साडे आउण जाण विच साडी मदद ते सहायता कीती, तुहाडा धन्नवाद करते हैं प्रभु। तुहाडे पवित्र स्वर्गदूतां ने साडी राखी कीते मेरे पिता परमेश्वर। साडे रास्ते नूं सीधा कीता मेरे प्रभु जी। सारियां उलझनां परेशानियां मुश्किलां बीमारियां तो सानूं बचा के रखिया, तुहाडा धन्नवाद करते हैं प्रभु जी। असीं शाम के समय में तुहाडी हज़ूरी विच इकट्ठे हुंदे मेरे पिता। तुहाडे पाक वचन नूं पढ़न और सुनन लई जा रहे मेरे प्रभु जी। साडी मदद करना मेरे पिता कि दिता होया उसका एक खास वचन साडे हिरदियां दे अंदर जमा हो जाए और साडे लई आशीष ते बरकत दा कारण बने। और कोई भी शैतान दी शक्ति इस सुंदर समय नूं साडे कोलों चुरा ना पावे। असीं ये मंगदे हां साडे प्रभु यीशु मसीह जी दे नाम विच, आमीन। अज आपां परमेश्वर दे वचन चों जाणांगे यूहन्ना 3:2 और 3 नंबर आयत नूं। एक रात निकोदमुस यीशु कोल आया अते आख्या, गुरु जी, असीं जानते हाँ कि तुसीं परमेश्वर दे भेजे होए एक गुरु हो। तुसीं जो चमत्कार करदे हो परमेश्वर की सहायता तो बिना कोई नहीं कर सकता। यीशु ने उत्तर दिता, मैं तुहानूं सच आखदा हाँ कि एक मनुख उदों तक परमेश्वर दे राज नूं नहीं वेख सकदा जिन्ना चिर वो नवें सिरों जन्म नहीं लैंदा। हालेलुया। परमेश्वर का वचन सानूं की दसदा, एक निकोदमुस नाम का आदमी परमेश्वर दे कोल आया ਅਤੇ ਉਹਨੂੰ ਕਹਿੰਦਾ कि ਤੁਸੀਂ परमेश्वर ਦੇ भेजे होए एक गुरु आ ਜਿਹਨੂੰ परमेश्वर ने इस धरती ते भेजिया सी। ਹੁਣ गुरु ਤਾਂ ਉਹਨੇ ਕਹਿ ਦਿੱਤਾ ਤਾਂ गुरु ਦਾ ਕੰਮ ਕੀ ਹੁੰਦਾ? ਸਿੱਖਿਆ ਦੇਣੀ, ਸੰਸਾਰ ਨੂੰ ਆਪਣੇ ਪਿੱਛੇ ਲਵਾਉਣਾ। ਜਿੱਦਾਂ ਇੱਕ ਮੈਥ ਦਾ ਟੀਚਰ ਆ, ਉਹ ਸਾਨੂੰ ਮੈਥ ਸਿਖਾਉਂਦਾ ਆ ਤੇ ਜੋ ਉਹ ਸਿਖਾਉਂਦਾ ਆ ਸਾਨੂੰ ਐਜ਼ ਇਟ ਇਜ਼ ਸਿੱਖਣਾ ਪੈਂਦਾ, ਫਿਰ ਹੀ ਅਸੀਂ ਪੇਪਰ 'ਚੋਂ ਪਾਸ ਹੋਵਾਂਗੇ। ਜੇ ਇੱਕ ਇੰਗਲਿਸ਼ ਦਾ ਟੀਚਰ ਆ ਜੋ ਸਾਨੂੰ ਇੰਗਲਿਸ਼ ਦਾ ਲੈਸਨ ਸਿਖਾਉਂਦਾ ਆ, ਪੋਇਮ ਸਿਖਾਉਂਦਾ ਆ, ਤਾਂ ਫਿਰ ਉਹ ਸਾਨੂੰ ਉਹ ਪੋਇਮ ਜਾਂ ਫਿਰ ਲੈਸਨ ਐਜ਼ ਇਟ ਇਜ਼ ਸਿੱਖਣਾ ਪਏਗਾ, ਕਿਉਂਕਿ ਸਾਨੂੰ ਉਹਦਾ ਇਗਜ਼ਾਮ ਵੀ ਹੋਣਾ ਆ ਕੱਲ੍ਹ ਨੂੰ ਅਤੇ ਅਸੀਂ ਉਸ ਇਗਜ਼ਾਮ 'ਚੋਂ ਪਾਸ ਹੋ ਸਕੀਏ। ਅਤੇ ਉਸ ਤੋਂ ਬਾਅਦ ਆ ਗਿਆ ਯੀਸ਼ੂ ਮਸੀਹ ਗੁਰੂ। ਇਹ ਉਹ ਗੁਰੂ ਆ ਜਿਹੜਾ ਸੰਸਾਰ ਵਿੱਚ ਰਹਿੰਦੇ ਹੋਏ परमेश्वर दे भवन दी, परमेश्वर दे राज दी, परमेश्वर दे खुशखबरी दे प्रचार नूं दसन आया अते उन्हें सानू ओ सिक्ख्या दित्ती जिहड़ी सानू भी याद रखनी चाहिदी आ, तां जो साडा एग्जाम जदों होवे असीं उहदे विचों पास हो सकीए। हालेलुया। ਅਸੀਂ ਉਹਨੂੰ ਗੁਰੂ ਤਾਂ ਮੰਨ ਲਿਆ ਵੀ ਹਾਂ ਯੀਸ਼ੂ ਮਸੀਹ ਸੀ ਜਿਹੜਾ ਉਹ ਪਰਮੇਸ਼ਰ ਵੱਲੋਂ ਭੇਜਿਆ ਗਿਆ ਇੱਕ ਗੁਰੂ ਸੀ ਜਿਹੜਾ ਸਾਨੂੰ ਸਿਖਾਉਣ ਦੇ ਲਈ ਭੇਜਿਆ ਗਿਆ ਸੀ ਤਾਂ ਕਿ ਅਸੀਂ ਸਿੱਖਿਆ ਨੂੰ ਪ੍ਰਾਪਤ ਕਰੀਏ। ਪਰ ਅਸੀਂ ਉਸ ਗੁਰੂ ਦੀ ਸਿੱਖਿਆ ਨੂੰ ਸੁਣ ਤਾਂ ਲਿਆ ਪਰ ਉਹਦੀ ਪਾਲਣਾ ਨਹੀਂ ਕੀਤੀ। ਅਸੀਂ ਉਸ ਗੁਰੂ ਦੀ ਸਿੱਖਿਆ ਨੂੰ ਸੁਣਦੇ ਰੋਜ਼ ਹਾਂ ਪਰ ਅਸੀਂ ਉਹਨੂੰ ਭੁੱਲ ਜਾਂਦੇ ਹਾਂ। ਅਸੀਂ ਉਸ ਗੁਰੂ ਦੀ ਸਿੱਖਿਆ ਨੂੰ ਪੜ੍ਹਦੇ ਵੀ ਰੋਜ਼ ਹਾਂ ਪਰ ਸਾਨੂੰ ਇਹ ਲੱਗਦਾ ਵੀ ਇਹਨੂੰ ਯਾਦ ਰੱਖਣਾ ਜ਼ਰੂਰੀ ਨਹੀਂ ਹੈਗਾ, ਜੋ ਕਿ ਸਾਡੀ ਸਭ ਤੋਂ ਵੱਡੀ ਗਲਤਫਹਿਮੀ ਆ। ਕਿਉਂਕਿ ਜੇ ਸੰਸਾਰਿਕ ਗੁਰੂ ਸਿਖਾਉਂਦਾ ਅਤੇ ਉਸ ਤੋਂ ਬਾਅਦ ਇਗਜ਼ਾਮ ਆਉਂਦਾ ਆ ਤਾਂ ਉਸੇ ਤਰ੍ਹਾਂ ਆਤਮਿਕ ਗੁਰੂ ਵੀ ਜਦੋਂ ਸਿਖਾਉਂਦਾ ਤਾਂ ਉਸ ਤੋਂ ਬਾਅਦ ਆਤਮਿਕ ਇਗਜ਼ਾਮ ਵੀ ਆਏਗਾ ਨਾ। ਅਤੇ ਜਦੋਂ ਅਸੀਂ ਉਸ ਆਤਮਿਕ ਇਗਜ਼ਾਮ ਦੇ ਵਿੱਚ ਉਹ ਫੇਲ ਹੋ ਜਾਂਦੇ ਹਾਂ ਫਿਰ ਅਸੀਂ ਉੱਪਰ ਨੂੰ ਮੂੰਹ ਕਰਕੇ ਕਹਿੰਦੇ ਕਿ ਗੁਰੂ ਤੂੰ ਸਿਖਾਇਆ ਨਹੀਂ ਚੰਗੀ ਤਰ੍ਹਾਂ, ਰੱਬਾ ਤੂੰ ਸਹੀ ਤਰੀਕੇ ਨਾਲ ਕੰਮ ਕੀਤਾ ਨਹੀਂ ਆਪਦਾ, ਤਾਂ ਹੀ ਆਹ ਗੜਬੜ ਹੋ ਗਈ। ਹੁਣ ਰਹੀ ਗੱਲ ਇਗਜ਼ਾਮ ਦੀ, ਵੀ ਇਗਜ਼ਾਮ ਕੀ ਆ? ਹਾਂ, ਸੰਸਾਰਿਕ ਇਗਜ਼ਾਮ ਸਾਡੇ ਸਾਹਮਣੇ ਪ੍ਰਗਟ ਹੁੰਦਾ ਸੀ, ਉਸ ਕਲਾਸ 'ਚੋਂ ਨਿਕਲਦੇ ਦੂਸਰੀ 'ਚ ਆ ਕੇ ਬੈਠ ਜਾਂਦੇ ਹਾਂ। ਸੰਸਾਰਿਕ ਇਗਜ਼ਾਮ ਸਾਨੂੰ ਸਭ ਨੂੰ ਪਤਾ ਹੈ ਕਿਉਂਕਿ ਅਸੀਂ ਸਾਰਿਆਂ ਨੇ ਸੰਸਾਰਿਕ ਇਗਜ਼ਾਮ ਦਿੱਤੇ ਆ। ਬਹੁਤ ਥੋੜ੍ਹੇ ਹੋਣੇ ਜਿਨ੍ਹਾਂ ਨੇ ਨਹੀਂ ਦਿੱਤੇ ਪਰ ਪਤਾ ਉਹਨਾਂ ਨੂੰ ਵੀ ਆ ਵੀ ਸੰਸਾਰਿਕ ਇਗਜ਼ਾਮ ਹੁੰਦਾ ਕੀ ਆ। ਤਾਂ ਹੁਣ ਅਸੀਂ ਜਾਣਾਂਗੇ ਵੀ ਆਤਮਿਕ ਇਗਜ਼ਾਮ ਕੀ ਹੁੰਦਾ ਆ। ਜਦੋਂ ਯੀਸ਼ੂ ਮਸੀਹ 40 ਦਿਨ ਅਤੇ 40 ਰਾਤ ਦੇ ਵਰਤ ਰੱਖ ਕੇ ਜੰਗਲਾਂ ਦੇ ਵਿੱਚ ਬੈਠੇ ਸੀ ਅਤੇ ਜਦੋਂ ਉਹਨਾਂ ਨੂੰ ਭੁੱਖ ਲੱਗੀ ਤਾਂ ਉਦੋਂ ਕੀ ਆਇਆ ਉਹਨਾਂ ਦਾ ਐਗਜ਼ਾਮ ਟਾਈਮ। 40 ਦਿਨ ਅਤੇ 40 ਰਾਤ ਤੱਕ ਉਹਨਾਂ ਨੇ ਆਪਣੇ ਐਗਜ਼ਾਮ ਟਾਈਮ ਦੇ ਲਈ ਤਿਆਰੀ ਕੀਤੀ, ਆਪਣੇ ਪਿਤਾ ਦੇ ਕੋਲੋਂ ਸਿੱਖਦੇ ਰਹੇ ਕਿ ਪਰਮੇਸ਼ਰ ਮੈਨੂੰ ਹਿੰਮਤ ਦੇ, ਮੈਨੂੰ ਤਾਕਤ ਦੇ, ਮੈਨੂੰ ਬਲ ਦੇ, ਮੈਨੂੰ ਪ੍ਰੀਖਿਆਵਾਂ ਨੂੰ ਪ੍ਰਤਿਆਵਿਆਂ ਨੂੰ ਸਹਿਣ ਦੀ ਹਿੰਮਤ ਦੇ, ਐ ਮੇਰੇ ਪਿਤਾ ਤੂੰ ਮੈਨੂੰ ਦੇ। ਅਤੇ 40 ਦਿਨਾਂ ਬਾਅਦ ਜਦੋਂ ਉਹ ਆਪਣੇ ਪਿਤਾ ਤੋਂ ਸਭ ਕੁਝ ਸਿੱਖ ਕੇ ਮੁੜਿਆ ਤਾਂ ਆਇਆ ਉਹਦਾ ਐਗਜ਼ਾਮ ਦਾ ਦਿਨ।
ਉਹ ਸ਼ੈਤਾਨ ਆਇਆ ਉਹਦਾ ਪੇਪਰ ਲੈਣ ਦੇ ਲਈ, ਕਿਉਂਕਿ ਜਿਹੜਾ ਸਿਖਾਉਂਦਾ ਆ ਉਹ ਨਹੀਂ ਪੇਪਰ ਲੈਂਦਾ। ਹੁਣ ਆਹ ਵੀ ਕਿੰਨੀ ਸੋਹਣੀ ਐਗਜ਼ਾਮਪਲ ਸਾਨੂੰ ਅਗਰ ਯਾਦ ਰਹਿ ਜਾਵੇ ਤਾਂ ਦੇਖੋ, ਸਾਡਾ ਕਲਾਸ ਟੀਚਰ ਸਾਨੂੰ ਸਿਖਾਉਂਦਾ ਆ ਪਰ ਉਹ ਸਾਡਾ ਐਗਜ਼ਾਮ ਲੈਣ ਨਹੀਂ ਆਉਂਦਾ। ਐਗਜ਼ਾਮ ਲੈਣ ਸੁਪਰੀਡੈਂਟ ਆਉਂਦਾ ਆ ਅਤੇ ਉਸ ਤੋਂ ਬਾਅਦ ਚੈੱਕ ਕਰਨ ਵਾਲੇ ਕੋਈ ਹੋਰ ਹੁੰਦੇ ਆ। ਉਸੇ ਤਰ੍ਹਾਂ ਹੁਣ ਸਾਡਾ ਐਗਜ਼ਾਮ ਦੀ ਤਿਆਰੀ ਤਾਂ ਪਰਮੇਸ਼ਰ ਕਰਵਾ ਰਿਹਾ ਸਾਨੂੰ, ਪਰਮੇਸ਼ਰ ਦੇ ਲੋਕ ਕਰਵਾ ਰਹੇ, ਪ੍ਰਭੂ ਦੇ ਨਬੀ ਕਰਵਾ ਰਹੇ, ਪਰਮੇਸ਼ਰ ਦੇ ਦਾਸ ਕਰਵਾ ਰਹੇ ਆ। ਪਰ ਐਗਜ਼ਾਮ ਲੈਣ ਕੌਣ ਆਇਆ? ਸੁਪਰੀਡੈਂਟ, ਖੜੂਸ ਸੁਪਰੀਡੈਂਟ, ਜਿਹੜਾ ਨਕਲ ਨਹੀਂ ਚੱਲਣ ਦਿੰਦਾ ਬਿਲਕੁਲ ਵੀ। ਤਾਂ ਸਾਡਾ ਐਗਜ਼ਾਮ, ਆਤਮਿਕ ਐਗਜ਼ਾਮ ਲੈਣ ਕੌਣ ਆਏਗਾ? ਸ਼ੈਤਾਨ ਆਏਗਾ, ਜਿਹੜਾ ਬਿਲਕੁਲ ਨਕਲ ਨਹੀਂ ਚੱਲਣ ਦੇਗਾ ਪਰ ਪੂਰੀ ਕੋਸ਼ਿਸ਼ ਕਰੇਗਾ ਵੀ ਅਸੀਂ ਇਸ ਐਗਜ਼ਾਮ ਦੇ ਵਿੱਚੋਂ ਫੇਲ ਹੋ ਜਾਈਏ। ਉਹਨੇ ਯੀਸ਼ੂ ਮਸੀਹ ਦਾ ਐਗਜ਼ਾਮ ਲਿਆ, ਉਹਨੂੰ ਕਹਿੰਦਾ ਕਿ ਤੂੰ ਕਹਿ ਦੇ ਇਹਨਾਂ ਪੱਥਰਾਂ ਨੂੰ ਕਿ ਤੁਸੀਂ ਰੋਟੀਆਂ ਬਣ ਜਾਓ। ਤਾਂ ਯੀਸ਼ੂ ਮਸੀਹ ਨੇ ਸਿਲੇਬਸ ਬਹੁਤ ਚੰਗੇ ਤਰੀਕੇ ਨਾਲ ਯਾਦ ਕੀਤਾ ਹੋਇਆ। ਉਹਨੇ ਬੜੀ ਸਮਝਦਾਰੀ ਦੇ ਨਾਲ ਉਸ ਸ਼ੈਤਾਨ ਨੂੰ ਆਪਣੇ ਵਚਨ ਦੇ ਨਾਲ ਜਵਾਬ ਦਿੱਤਾ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿ ਇਨਸਾਨ ਨਿਰਾ ਰੋਟੀ ਦੇ ਨਾਲ ਹੀ ਜਿਉਂਦਾ ਨਹੀਂ ਰਹਿੰਦਾ। ਤਾਂ ਉਹਨੇ ਬਿਲਕੁਲ ਸਹੀ ਤਰੀਕੇ ਨਾਲ ਆਪਣੇ ਜਵਾਬ ਨੂੰ ਦਿੱਤਾ ਔਰ ਉਸ ਜਵਾਬ ਦੇ ਵਿੱਚੋਂ ਪਾਸ ਹੋ ਗਿਆ। ਦੂਜਾ ਸਵਾਲ ਪੁੱਛਿਆ ਗਿਆ, ਤੀਜਾ ਸਵਾਲ ਪੁੱਛਿਆ ਗਿਆ ਤੇ ਉਹ ਤਿੰਨਾਂ ਸਵਾਲਾਂ ਦੇ ਵਿੱਚੋਂ ਪਾਸ ਹੋ ਗਿਆ ਤੇ ਅੰਤ ਵਿੱਚ ਸੁਪਰੀਡੈਂਟ ਉੱਥੋਂ ਚਲਾ ਗਿਆ ਤੇ ਯੀਸ਼ੂ ਮਸੀਹ ਨੈਕਸਟ ਕਲਾਸ ਦੇ ਵਿੱਚ ਪਹੁੰਚ ਗਏ। ਉਸੇ ਤਰ੍ਹਾਂ ਸਾਨੂੰ ਵੀ ਚਾਹੀਦਾ ਕਿ ਜਿਹੜਾ ਇਹ ਵਚਨ ਰੂਪੀ ਸਿਲੇਬਸ ਸਾਨੂੰ ਮਿਲਿਆ ਆ, ਅਸੀਂ ਇਸ ਸਿਲੇਬਸ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਯਾਦ ਕਰ ਲਈਏ ਤਾਂ ਕਿ ਜਦੋਂ ਸਾਡੀ ਪ੍ਰੀਖਿਆ ਲੈਣ ਵਾਲਾ ਆਵੇ ਤਾਂ ਉਹ ਸਾਨੂੰ ਪ੍ਰਮਾਣ ਆ ਸਕੇ। ਜਦੋਂ ਸ਼ੈਤਾਨ ਆਵੇ ਕਵੇ ਵੀ ਤੇਰੇ ਪਰਮੇਸ਼ਰ ਨੇ ਤਾਂ ਤੇਰੀ ਸੁਣੀ ਨਹੀਂ, ਤੈਨੂੰ ਕੁਛ ਦਿੱਤਾ ਹੀ ਨਹੀਂ, ਤਾਂ ਉਸ ਸ਼ੈਤਾਨ ਨੂੰ ਅਸੀਂ ਜਵਾਬ ਦਈਏ ਵੀ ਸਭ ਤੋਂ ਅਨਮੋਲ ਸਾਹ ਜਿਹੜੇ ਸਾਨੂੰ ਮਿਲੇ ਆ ਨਾ, ਜਿਹਦੀ ਕੀਮਤ ਅਸੀਂ ਦੇਣ ਜੋਗੇ ਹੈ ਨਹੀਂ ਗੇ, ਉਹ ਸਾਡੇ ਪਰਮੇਸ਼ਰ ਨੇ ਹੀ ਸਾਨੂੰ ਦਿੱਤੇ ਆ। ਜੇ ਸ਼ੈਤਾਨ ਕਵੇ ਵੀ ਤੇਰੇ ਹੱਥ ਦੇ ਕੰਮਾਂ ਦੇ ਵਿੱਚ ਤਾਂ ਪ੍ਰਭੂ ਨੇ ਬਰਕਤ ਦਿੱਤੀ ਨਹੀਂ, ਉਹਨੇ ਵਚਨ 'ਚ ਲਿਖਿਆ ਤਾਂ ਹੈ ਵੀ ਮੈਂ ਦੇਵਾਂਗਾ, ਦਿੱਤੀ ਕਿਉਂ ਨਹੀਂ? ਤਾਂ ਉਹਦੇ ਵਿੱਚ ਅਸੀਂ ਉਹਨੂੰ ਜਵਾਬ ਦੇ ਸਕੀਏ ਕਿ ਸ਼ੈਤਾਨ ਸਾਡੇ ਕੋਲੋਂ ਦੂਰ ਚਲਾ ਜਾ, ਕਿਉਂਕਿ ਜਿਹੜੇ ਠੋਕਰ ਲਵਾਉਣ ਵਾਲੇ ਆ ਉਹਨਾਂ ਦੇ ਕਰਕੇ ਹੀ ਅੱਜ ਤੱਕ ਮੇਰੇ ਹੱਥ ਦੇ ਕੰਮ 'ਚ ਬਰਕਤ ਨਹੀਂ, ਕਿਉਂਕਿ ਪਹਿਲਾਂ ਮੈਂ ਠੋਕਰ ਖਾ ਗਿਆ ਸੀ ਜਿਹਦੇ ਕਰਕੇ ਮੈਂ ਆਪਣੀ ਇਹ ਕਾਰੋਬਾਰ ਦੇ ਵਿੱਚ ਧੋਖਾ ਖਾਦਾ ਆ। ਪਰ ਹੁਣ ਮੈਂ ਤੇਰੇ ਤੋਂ ਠੋਕਰ ਨਹੀਂ ਖਾਵਾਂਗਾ ਕਿਉਂਕਿ ਮੇਰਾ ਪਰਮੇਸ਼ਰ ਮੇਰੀ ਸੁਣਦਾ ਆ। ਜਦੋਂ ਸ਼ੈਤਾਨ ਸਾਡੇ ਮਨ ਦੇ ਵਿੱਚ ਆਵੇ ਕਿ ਮਸੀਹ ਦੇ ਵਿੱਚ ਆ ਕੇ ਵੀ ਤੇਰੇ ਦੁੱਖ ਮੁਸੀਬਤਾਂ ਤਾਂ ਜਾ ਨਹੀਂ ਰਹੇਗੇ, ਤੈਨੂੰ ਕੀ ਫਾਇਦਾ ਮਸੀਹ ਨੂੰ ਮੰਨਣ ਦਾ, ਛੱਡ ਦੇ। ਔਰ ਅਸੀਂ ਉਸ ਸ਼ੈਤਾਨ ਨੂੰ ਦੱਸ ਸਕੀਏ ਕਿ ਮਸੀਹ ਨੇ ਸਾਡੇ ਲਈ ਦੁੱਖ ਉਠਾਏ ਆ ਤੇ ਅਸੀਂ ਤਾਂ ਆਪਣੀ ਗਲਤੀਆਂ ਕਰਕੇ ਦੁੱਖ ਉਠਾ ਰਹੇ ਹਾਂ। ਮਸੀਹ ਨੇ ਦੁੱਖਾਂ ਭਰੀ ਜ਼ਿੰਦਗੀ ਜੀ ਲਈ, ਤਾਂ ਫਿਰ ਕੀ ਹੋਇਆ ਜੇ ਮਸੀਹ ਦੇ ਵਿੱਚ ਆ ਕੇ ਸਾਡੀ ਜ਼ਿੰਦਗੀ 'ਚ ਦੁੱਖ ਆ? ਹੈ ਸ਼ੈਤਾਨ ਸਾਡੇ ਕੋਲੋਂ ਦੂਰ ਚਲਾ ਜਾ। ਤੇ ਜਿਹੜੇ ਇਸ ਤਰ੍ਹਾਂ ਵਚਨ ਦੇ ਨਾਲ ਜਵਾਬ ਦੇਣਗੇ, ਜਿਨ੍ਹਾਂ ਨੇ ਪਰਮੇਸ਼ਰ ਦੇ ਇਸ ਵਚਨ ਰੂਪੀ ਸਿਲੇਬਸ ਨੂੰ ਚੰਗੇ ਤਰੀਕੇ ਨਾਲ ਯਾਦ ਕੀਤਾ ਹੋਏਗਾ, ਉਹੀ ਜਵਾਬ ਦੇ ਪਾਉਣਗੇ ਅਤੇ ਉਹ ਫਤਿਹਮੰਦ ਹੋ ਜਾਣਗੇ। ਹਾਲੇਲੂਇਆ। ਤਾਂ ਇਹ ਸਾਰੀ ਦੀ ਸਾਰੀ ਐਕਸਪਲੇਨੇਸ਼ਨ ਸੀ ਗੁਰੂ ਸ਼ਬਦ ਦੇ ਲਈ ਕਿ ਅਸੀਂ ਸੰਸਾਰਿਕ ਗੁਰੂਆਂ ਨੂੰ, ਵਧੀਆ ਤੋਂ ਵਧੀਆ ਟੀਚਰਾਂ ਨੂੰ ਹਾਇਰ ਕਰਦੇ ਹਾਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕਿ ਸਾਡਾ ਬੱਚਾ ਫੇਲ ਨਾ ਹੋ ਜਾਵੇ। ਵਧੀਆ ਤੋਂ ਵਧੀਆ ਸਕੂਲਾਂ ਨੂੰ ਚੂਜ਼ ਕਰਦੇ ਹਾਂ ਵੀ ਚੰਗੀ ਸਿੱਖਿਆ ਮਿਲੇ ਤੇ ਸਾਡਾ ਬੱਚਾ ਫੇਲ ਨਾ ਹੋ ਜਾਵੇ। ਤੇ ਅਸੀਂ ਉਹਨੂੰ ਇਸ ਐਗਜ਼ਾਮ ਦੇ ਵਿੱਚੋਂ 90% ਤੋਂ ਵੱਧ ਕੀ 92, 96, 97 ਤੱਕ ਸਾਡੀ ਇੱਛਾ ਵੀ ਇੰਨੇ ਉਹਨੂੰ ਮਿਲਣ ਤਾਂ ਸਾਡਾ ਬੱਚਾ ਟੌਪ ਤੇ ਰੈਂਕ ਕਰੇ। ਤਾਂ ਕੀ ਸਾਨੂੰ ਨਹੀਂ ਚਾਹੀਦਾ ਕਿ ਸਾਡੇ ਆਤਮਿਕ ਐਜੂਕੇਸ਼ਨ ਦੇ ਵੱਲ ਵੀ ਅਸੀਂ ਇੰਨਾ ਹੀ ਧਿਆਨ ਦਈਏ ਕਿ ਜਿਹੜਾ ਸਾਨੂੰ ਆਤਮਾ ਦੀ ਚੰਗੀ ਸਿੱਖਿਆ ਦੇਣ ਵਾਲਾ ਹੋਵੇ, ਅਸੀਂ ਉਹਨੂੰ ਹਾਇਰ ਕਰੀਏ ਤਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਰੁਕਾਵਟਾਂ, ਚਿੰਤਾਵਾਂ, ਪਰੇਸ਼ਾਨੀਆਂ ਨਾ ਹੋਣ, ਤਾਂ ਕਿ ਜਦੋਂ ਸਾਡੀ ਵੀ ਪ੍ਰੀਖਿਆ ਹੋਵੇ ਅਸੀਂ ਵੀ ਉਹਦੇ ਚੋਂ 99, 97% ਨੰਬਰ ਲੈ ਸਕੀਏ। ਬੱਚਿਆਂ ਦੇ ਰੈਂਕ ਦੀ ਤਾਂ ਸਾਨੂੰ ਫਿਕਰ ਹੈ, ਸਾਨੂੰ ਆਪਣੇ ਰੈਂਕ ਦੀ ਵੀ ਉਨੀ ਫਿਕਰ ਹੋਣੀ ਚਾਹੀਦੀ ਵੀ ਗੁਰੂ ਤਾਂ ਆ ਗਿਆ, ਉਹਨੇ ਤਾਂ ਉਹਨੇ ਚੰਗੀ ਸਿੱਖਿਆ ਦੇ ਦਿੱਤੀ ਤੇ ਵਧੀਆ ਕਿਤਾਬ ਲਿਖ ਗਿਆ। ਜਿੱਦਾਂ ਅਸੀਂ ਚੰਗੇ ਰਾਈਟਰ ਦੀਆਂ ਕਿਤਾਬਾਂ ਲੱਭਦੇ ਹਾਂ ਵੀ ਵਧੀਆ ਜਿਹਾ ਰਾਈਟਰ ਲੱਭੋ ਜਿਹਨੇ ਵਧੀਆ ਕਿਤਾਬ ਲਿਖੀ ਹੋਵੇ, ਉਹਨੂੰ ਪੜ੍ਹ ਕੇ ਅੱਜ ਅਸੀਂ ਫਿਲਾਸਫੀ ਕਲੀਅਰ ਕਰਾਂਗੇ। ਤਾਂ ਜਦੋਂ ਸਾਨੂੰ ਵੱਡੇ ਰਾਈਟਰਾਂ ਦੇ ਉੱਤੇ ਭਰੋਸਾ ਆ ਤਾਂ ਜਿਹੜਾ ਪਰਮੇਸ਼ਰ, ਜਿਹਦੀ ਉਹਦੀ ਆਤਮਾ ਜਿਹੜੀ ਬਹੁਤੀ ਪਵਿੱਤਰ ਆ, ਉਹਦਾ ਗਿਆਨ ਜਿਹੜਾ ਪਰਮੇਸ਼ਰ ਵੱਲੋਂ ਮਿਲਿਆ ਹੋਇਆ, ਜਿਹਨੇ ਇਸ ਪਵਿੱਤਰ ਗ੍ਰੰਥ ਨੂੰ ਰਚ ਦਿੱਤਾ, ਕਿ ਉਹਦੀ ਸਮਝ ਤੇ ਸਾਨੂੰ ਭਰੋਸਾ ਨਹੀਂ, ਕਿ ਸਾਨੂੰ ਨਹੀਂ ਲੱਗਦਾ ਕਿ ਜਿਹੜਾ ਪਵਿੱਤਰ ਆਤਮਾ ਦੀ ਸਮਝ, ਬੁੱਧ ਅਤੇ ਉਹਦੇ ਸ਼ਬਦਾਂ ਦੇ ਦੁਆਰਾ ਲਿਖਵਾਇਆ ਗਿਆ ਇਹ ਪਵਿੱਤਰ ਗ੍ਰੰਥ ਆ। ਤਾਂ ਇਸ ਗ੍ਰੰਥ ਨੂੰ ਵੀ ਯਾਦ ਰੱਖੀਏ ਤਾਂ ਜੋ ਸਾਡੀ ਜ਼ਿੰਦਗੀ ਸਿੱਧ ਹੋਵੇ। ਅਸੀਂ ਉਹਨੂੰ ਗੁਰੂ ਤਾਂ ਮੰਨ ਲਿਆ ਪਰ ਗੁਰੂ ਦੀ ਸਿੱਖਿਆ ਨੂੰ ਨਹੀਂ ਮੰਨਿਆ, ਤਾਂ ਸਾਨੂੰ ਉਸ ਗੁਰੂ ਦੀ ਸਿੱਖਿਆ ਨੂੰ ਮੰਨਣਾ ਚਾਹੀਦਾ ਆ। ਤਾਂ ਤੀਜੀ ਨੰਬਰ ਆਇਤ ਵਿੱਚ ਪਰਮੇਸ਼ਰ ਨੇ ਲਿਖਿਆ ਸੀ, ਯਿਸੂ ਮਸੀਹ ਕਹਿੰਦੇ ਕਿ ਮੈਂ ਤੁਹਾਨੂੰ ਸੱਚ ਆਖਦਾ ਕਿ ਜਦੋਂ ਇੱਕ ਮਨੁੱਖ ਨਵੇਂ ਸਿਰਿਓਂ ਜਨਮ ਲਏਗਾ ਉਦੋਂ ਹੀ ਉਹ ਪਰਮੇਸ਼ਰ ਦੇ ਰਾਜ ਨੂੰ ਦੇਖੇਗਾ।
ਜਿੰਨਾ ਚਿਰ ਉਹ ਜਨਮ ਨਹੀਂ ਲੈਂਦਾ, ਉਹ ਨਵੇਂ ਸਿਰਿਓਂ ਜਨਮ ਨਹੀਂ ਲੈਂਦਾ, ਉਹ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ। ਹੁਣ ਨਵੇਂ ਸਿਰਿਓਂ ਜਨਮ ਕੀ ਆ, ਉਹ ਜਾਣਨ ਦੇ ਲਈ ਅਸੀਂ ਨੈਕਸਟ ਵਚਨ ਜੋ ਪੜਾਂਗੇ, ਯੋਹੰਨਾ 3:4-5 ਨੰਬਰ ਆਇਤ ਨੂੰ। ਨਿਕੋਦਮੁਸ ਨੇ ਆਖਿਆ, ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਦੁਬਾਰਾ ਜਨਮ ਲੈ ਸਕਦਾ ਹੈ? ਕੀ ਇਹ ਹੋ ਸਕਦਾ ਹੈ ਕਿ ਉਹ ਜਨਮ ਲੈਣ ਲਈ ਆਪਣੀ ਮਾਂ ਦੇ ਕੁੱਖ ਵਿੱਚ ਦੂਸਰੀ ਵਾਰੀ ਜਾਵੇ? ਪਰ ਯਿਸੂ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੇਕਰ ਕੋਈ ਵਿਅਕਤੀ ਪਾਣੀ ਅਤੇ ਆਤਮਾ ਤੋਂ ਨਹੀਂ ਜਨਮ ਲੈਂਦਾ ਤਾਂ ਉਹ ਪਰਮੇਸ਼ਰ ਦੇ ਰਾਜ ਵਿੱਚ ਨਹੀਂ ਵੜ ਸਕਦਾ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਇਹ ਦੱਸਦਾ, ਨਿਕੋਦਮੁਸ ਇੱਕ ਇਨਸਾਨ ਸੀ ਅਤੇ ਉਹਨੇ ਸੰਸਾਰਿਕ ਚੀਜ਼ਾਂ ਨੂੰ ਵੇਖਿਆ ਸੀ ਤੇ ਸੰਸਾਰਿਕ ਚਾਲ ਚੱਲਦਾ ਸੀ ਤੇ ਸੰਸਾਰਿਕ ਚੀਜ਼ਾਂ ਨੂੰ ਜ਼ਿਆਦਾ ਗਹਿਰਾਈ ਨਾਲ ਸਮਝਦਾ ਸੀ। ਉਹਨੂੰ ਆਤਮਾ ਦਾ ਹਜੇ ਗਿਆਨ ਹੈ ਨਹੀਂ ਸੀਗਾ, ਉਹਨੂੰ ਨਹੀਂ ਸੀ ਸਮਝ ਕੇ ਯਿਸੂ ਕੀ ਕਹਿ ਰਿਹਾ ਆ। ਬਹੁਤ ਵਾਰ ਅਸੀਂ ਵਚਨ ਦੇ ਵਿੱਚ ਪੜ੍ਹਿਆ ਕਿ ਯਿਸੂ ਕੋਈ ਗੱਲ ਕਹਿ ਦਿੰਦਾ ਸੀ ਅਤੇ ਉਹਦੇ ਚੇਲੇ ਗੁੰਮ-ਸੁੰਮ ਜਿਹੇ ਹੋ ਜਾਂਦੇ ਸੀ, ਦੁਬਾਰਾ ਪੁੱਛਣ ਤੋਂ ਸ਼ਰਮ ਮੰਨਦੇ ਸੀ, ਪਰ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ। ਉਸੇ ਤਰ੍ਹਾਂ ਨਿਕੋਦਮੁਸ ਨੂੰ ਸਮਝ ਨਹੀਂ ਆਈ, ਪਰ ਉਹਨੇ ਪੁੱਛਣ ਦੀ ਤਾਕਤ ਤਾਂ ਜ਼ਰੂਰ ਰੱਖੀ ਕਿ ਹੇ ਗੁਰੂ, ਜੇਕਰ ਕੋਈ ਵਿਅਕਤੀ ਬੁੱਢਾ ਹੋ ਗਿਆ, ਹੁਣ ਉਹ ਦੁਬਾਰਾ ਜਨਮ ਕਿਵੇਂ ਲਵੇ? ਉਹਨੂੰ ਸਮਝ ਨਹੀਂ ਆਈ ਵੀ ਕਿਸ ਜਨਮ ਦੀ ਗੱਲ ਕਰ ਰਿਹਾ, ਪਰ ਉਹਨੇ ਸੰਸਾਰਿਕ ਸਮਝਿਆ ਵੀ ਸੰਸਾਰਿਕ ਜਨਮ ਕਿਵੇਂ ਲਿਆ ਜਾਊਗਾ ਦੁਬਾਰਾ ਤੋਂ। ਤਾਂ ਪਰ ਉਹਨੇ ਆਪਣੇ ਡਾਊਟ ਨੂੰ ਕਲੀਅਰ ਕਰਨ ਦੇ ਲਈ ਪੁੱਛਿਆ ਜ਼ਰੂਰ ਵੀ ਹੁਣ ਜਿਹੜਾ ਵਿਅਕਤੀ ਬੁੱਢਾ ਹੀ ਹੋ ਗਿਆ ਆ, ਉਹ ਹੁਣ ਦੁਬਾਰਾ ਕਿਵੇਂ ਜਨਮ ਲਵੇ, ਕਿਵੇਂ ਆਪਣੀ ਮਾਂ ਦੀ ਕੁੱਖ ਵਿੱਚ ਫਿਰ ਤੋਂ ਜਾਵੇ ਤੇ ਕਿਵੇਂ ਦੂਜੀ ਵਾਰ ਜਨਮ ਲਵੇ? ਤਾਂ ਪ੍ਰਭੂ ਨੇ ਉਹਨਾਂ ਨੂੰ ਕੀ ਕਿਹਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇਕਰ ਵਿਅਕਤੀ ਪਾਣੀ ਅਤੇ ਆਤਮਾ ਤੋਂ ਜਨਮ ਨਹੀਂ ਲੈਂਦਾ ਤਾਂ ਉਹ ਆਪਣੇ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸਕਦਾ, ਨਹੀਂ ਵੜ ਸਕਦਾ। ਉਹ ਭਾਈ ਪਰਮੇਸ਼ਰ ਦੇ ਰਾਜ 'ਚ ਜਿਹੜਾ ਨਵੇਂ ਸਿਰੋਂ ਜਨਮ ਨਹੀਂ ਲੈਂਦਾ, ਉਹ ਕਿਹੜਾ ਜਨਮ ਆ? ਪਾਣੀ ਅਤੇ ਆਤਮਾ ਦਾ ਜਨਮ, ਜਿਹਨੂੰ ਅਸੀਂ ਬਪਤਿਸਮਾ ਕਹਿ ਦਿੰਦੇ ਹਾਂ। ਹੁਣ ਬਪਤਿਸਮਾ ਲੈਣ ਦੇ ਨਾਲ ਪਰਮੇਸ਼ਰ ਕਹਿੰਦਾ ਵੀ ਤੁਸੀਂ ਪਰਮੇਸ਼ਰ ਦੇ ਰਾਜ ਦੇ ਵਿੱਚ ਜਾ ਸਕਦੇ ਆ। ਮਤਲਬ ਜਿੱਦਾਂ ਆਪਣਾ ਬਪਤਿਸਮਾ ਦਾ ਮਤਲਬ ਕੀ ਆ? ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਣੀ। ਉਸੇ ਤਰ੍ਹਾਂ ਅਸੀਂ ਪਰਮੇਸ਼ਰ ਦੇ, ਜਿੱਦਾਂ ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਨਾ ਕਿ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਮੱਥੇ ਦੇ ਉੱਤੇ ਦਰਿੰਦੇ ਦੀ ਮੋਹਰ ਲਗਾਉਣਗੇ, ਤੇ ਬਪਤਿਸਮਾ ਇੱਕ ਪਰਮੇਸ਼ਰ ਦੇ ਨਾਮ ਦੀ ਮੋਹਰ ਲਗਾਉਣਾ ਆ। ਬਸ ਸਿਰਫ ਪਰਮੇਸ਼ਰ ਦੇ ਨਾਮ ਦੀ ਮੋਹਰ ਲਗਾਉਣਾ। ਬਪਤਿਸਮਾ ਇੱਕ ਉਸ ਗੁਰੂ ਦੇ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣਾ ਆ ਜਿਹੜਾ ਸਾਨੂੰ ਆਤਮਿਕ ਸਿੱਖਿਆ ਦਿੰਦਾ। ਸਿਰਫ ਐਡਮਿਸ਼ਨ ਕਰਾਉਣਾ, ਰਾਜ ਦੇ ਵਿੱਚ ਵੜਨ ਦੇ ਲਈ ਐਡਮਿਸ਼ਨ ਕਰਾਉਣਾ। ਹੁਣ ਬਹੁਤ ਸਾਰੇ ਲੋਕ ਸਵਿਮਿੰਗ ਸਿੱਖਣ ਦੇ ਲਈ ਐਡਮਿਸ਼ਨ ਕਰਾਉਂਦੇ, ਇਹਦਾ ਮਤਲਬ ਇਹ ਨਹੀਂ ਵੀ ਉੱਥੋਂ ਸਵਿਮਿੰਗ ਸਿੱਖ ਕੇ ਹੀ ਮੁੜਨਗੇ। ਬਹੁਤੇ ਸਿੱਖ ਜਾਂਦੇ ਆ, ਥੋੜੇ ਬਹੁਤ ਹੁੰਦੇ ਜਿਨ੍ਹਾਂ ਨੂੰ ਨਹੀਂ ਆਉਂਦੀ ਉਵੇਂ ਹੀ ਮੁੜ ਆਉਂਦੇ ਆ। ਬਹੁਤ ਸਾਰੇ ਹੁੰਦੇ ਆ ਜਿਹੜੇ ਕਾਲਜ ਦੇ ਵਿੱਚ ਗ੍ਰੈਜੂਏਸ਼ਨ ਕਰਨ ਦੇ ਲਈ ਐਡਮਿਸ਼ਨ ਕਰਾਉਂਦੇ ਆ, ਬਹੁਤ ਥੋੜੇ ਹੁੰਦੇ ਜਿਹੜੇ ਪਾਸ ਹੋ ਕੇ ਆਉਂਦੇ, ਬਹੁਤੇ ਹੁੰਦੇ ਆ ਜਿਹੜੇ ਫੇਲ ਹੋ ਜਾਂਦੇ ਆ, ਛੱਡ ਦਿੰਦੇ ਅੱਧ ਵਿੱਚ ਹੀ। ਕੋਈ ਪਹਿਲੇ ਸਾਲ ਛੱਡ ਜਾਂਦਾ, ਕੋਈ ਦੂਜੇ ਛੱਡ ਜਾਂਦਾ। ਜਿੰਨੀ ਐਡਮਿਸ਼ਨ ਪਹਿਲੇ ਵਾਰੀ ਨਾ ਪਹਿਲੇ ਦਿਨ ਜਦੋਂ ਮਤਲਬ ਅਸੀਂ ਕਲਾਸ ਜੁਆਇਨ ਕਰਦੇ ਹਾਂ ਗ੍ਰੈਜੂਏਸ਼ਨ ਦੀ, ਉਸ ਦਿਨ ਸਾਡੇ 4 ਸੈਕਸ਼ਨ ਬਣੇ ਹੁੰਦੇ, ਇੰਨੀ ਜ਼ਿਆਦਾ ਮਤਲਬ ਲੋਕਾਂ ਨੇ ਐਡਮਿਸ਼ਨ ਕਰਵਾਈ ਹੁੰਦੀ ਆ। ਪਰ ਜਦੋਂ ਆਖਰੀ ਕਲਾਸ ਤੱਕ ਪਹੁੰਚੀਦਾ ਨਾ ਤਾਂ ਸਾਡੇ ਸਾਰੇ ਸੈਕਸ਼ਨਾਂ ਦੇ ਵਿੱਚੋਂ ਛਾਂਟੀ ਵੱਜ ਕੇ ਇੱਕ ਹੀ ਸੈਕਸ਼ਨ ਰਹਿ ਜਾਂਦਾ ਜਿਹੜਾ ਲਾਸਟ ਈਅਰ ਤੱਕ ਪਹੁੰਚਦਾ। ਇਹਦਾ ਮਤਲਬ ਕਿ ਐਡਮਿਸ਼ਨ ਕਰਵਾ ਲਈ ਅਸੀਂ ਬਪਤਿਸਮਾ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਤਮਾ ਦੀ ਸਿੱਖਿਆ ਲੈਣ ਦੇ ਲਈ, ਸਵਰਗ ਰਾਜ ਦੀ ਤਿਆਰੀ ਕਰਨ ਦੇ ਲਈ ਬਪਤਿਸਮਾ ਦੇ ਦੁਆਰਾ ਅਸੀਂ ਐਡਮਿਸ਼ਨ ਕਰਵਾ ਲਿਆ। ਪਰ ਜੇ ਅਸੀਂ ਕਹੀਏ ਸਿਰਫ ਬਪਤਿਸਮਾ ਲੈ ਕੇ ਅਸੀਂ ਸਵਰਗ ਚੱਲ ਜਾਵਾਂਗੇ, ਇਹ ਵੀ ਝੂਠ ਆ। ਹੁਣ ਅਸੀਂ ਸਿਰਫ ਵਧੀਆ ਸਕੂਲ 'ਚ ਐਡਮਿਸ਼ਨ ਕਰਾਉਣ ਦੇ ਨਾਲ ਅਸੀਂ ਕਹੀਏ ਵੀ ਅਸੀਂ ਟੌਪ ਕਰ ਜਾਵਾਂਗੇ, ਸਾਡੀਆਂ ਫੋਟੋਆਂ ਅਖਬਾਰਾਂ 'ਚ ਲੱਗ ਜਾਣਗੀਆਂ, ਤੇ ਸਾਨੂੰ ਪਤਾ ਵੀ ਇਹ ਝੂਠ ਆ। ਕਿਉਂਕਿ ਵਧੀਆ ਸਕੂਲ 'ਚ ਐਡਮਿਸ਼ਨ ਕਰਾਉਣਾ ਜ਼ਰੂਰੀ ਨਹੀਂ, ਵਧੀਆ ਤਰੀਕੇ ਨਾਲ ਪੜ੍ਹਨਾ ਜ਼ਰੂਰੀ ਆ, ਪੂਰਾ ਮਨ ਲਾ ਕੇ ਪੜ੍ਹਨਾ ਜ਼ਰੂਰੀ ਆ। ਵਧੀਆ ਸਕੂਲ ਹੋਣਾ ਜ਼ਰੂਰੀ ਨਹੀਂ ਹੈਗਾ। ਹੁਣ ਅਸੀਂ ਆਤਮਾ ਦੇ ਸਭ ਤੋਂ ਬੈਸਟ ਸਕੂਲ ਦੇ ਵਿੱਚ ਐਡਮਿਸ਼ਨ ਲੈ ਲਈ ਬਪਤਿਸਮਾ ਲੈ ਕੇ, ਪਰ ਜੇ ਅਸੀਂ ਉਸ ਸਕੂਲ ਦੇ ਵਿੱਚ ਜਾ ਕੇ ਆਤਮਾ ਦੀ ਕੁਆਲੀਫਿਕੇਸ਼ਨ ਲਈ ਨਹੀਂ, ਆਤਮਾ ਦੀ ਸਟੱਡੀ ਲਈ ਨਹੀਂ, ਫਿਰ ਸਾਨੂੰ ਕੀ ਫਾਇਦਾ ਇਕੱਲੀ ਐਡਮਿਸ਼ਨ ਕਰਾਉਣ ਦਾ? ਬਹੁਤ ਸਾਰਿਆਂ ਨੂੰ ਹੁਣ ਇਹ ਲੱਗੇਗਾ ਵੀ ਇਕੱਲਾ ਬਪਤਿਸਮਾ ਲੈ ਕੇ ਪਹੁੰਚ ਗਏ ਜੀ ਅਸੀਂ ਤਾਂ ਸਵਰਗ, ਕਿਉਂਕਿ ਪਰਮੇਸ਼ਰ ਤਾਂ ਕਹਿੰਦਾ ਕਿ ਵਿਅਕਤੀ ਪਾਣੀ ਅਤੇ ਆਤਮਾ ਤੋਂ ਜਨਮ ਨਹੀਂ ਲੈਂਦਾ ਉਹ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸਕਦਾ। ਪਰਮੇਸ਼ਰ ਬਿਲਕੁਲ ਸਹੀ ਕਹਿੰਦਾ ਕਿ ਜਿੱਦਾਂ ਸਕੂਲ ਦੇ ਵਿੱਚ ਬਿਨਾਂ ਐਡਮਿਸ਼ਨ ਦੇ ਕੋਈ ਬੱਚਾ ਕਿਵੇਂ ਕਹਿ ਦੇਗਾ ਵੀ ਮੈਨੂੰ ਪੜ੍ਹਾਓ, ਬਿਨਾਂ ਫੀਸ ਦਿੱਤਿਆਂ ਕਿਵੇਂ ਕੋਈ ਕਹਿ ਦੇਗਾ ਮੈਨੂੰ ਪੜ੍ਹਾਓ, ਬਿਨਾਂ ਪੜ੍ਹਾਈ ਕੀਤਿਆਂ ਕਿਵੇਂ ਇਕੱਲੇ ਐਗਜ਼ਾਮ 'ਚ ਬਹਿ ਜਾਏਗਾ ਤੇ ਕਹੇਗਾ ਮੈਂ ਐਗਜ਼ਾਮ ਦੇਣੇ ਆ। ਜਦੋਂ ਅਸੀਂ ਸੰਸਾਰਿਕ ਲੋਕ ਆਪਣੇ ਰੂਲ ਰੈਗੂਲੇਸ਼ਨਸ ਦੇ ਨਾਲ ਗੱਲ ਕਰਦੇ ਹਾਂ, ਅਸੀਂ ਆਪਣੇ ਨਿਯਮਾਂ ਨੂੰ ਤੋੜਦੇ ਨਹੀਂ ਪਰ ਨਿਯਮਾਂ ਦੀ ਪੂਰੀ ਪਾਲਣਾ ਕਰਦੇ ਹਾਂ, ਤਾਂ ਉਹ ਪਰਮੇਸ਼ਰ ਆ ਜੀ, ਉਹਨੇ ਵੀ ਆਪਣੇ ਰੂਲ ਬਣਾਏ ਆ।
ਉਹਨੇ ਐਡਮਿਸ਼ਨ ਤਾਂ ਤੁਹਾਨੂੰ ਦੇਤੀ ਬਪਤਿਸਮਾ ਦੇ ਦੁਆਰਾ, ਪਰ ਬਪਤਿਸਮਾ ਤੋਂ ਬਾਅਦ ਤਾਲੀਮ ਦੀਆਂ ਕਲਾਸਾਂ ਆ, ਮਸੀਹੀ ਤਾਲੀਮ, ਮਸੀਹੀ ਸਿੱਖਿਆ, ਮਸੀਹ ਦੇ ਹੁਕਮ, ਮਸੀਹ ਦੀਆਂ ਵਿਧੀਆਂ, ਮਸੀਹ ਦਾ ਰਾਸਤਾ, ਮਸੀਹ ਦੇ ਸੁਭਾਅ, ਮਸੀਹ ਦੇ ਕੰਮ, ਮਸੀਹ ਦਾ ਚਾਲ ਚੱਲਣ, ਇਹ ਸਾਰਾ ਕੁਝ ਸਾਨੂੰ ਸਿਖਾਇਆ ਜਾਏਗਾ। ਅਤੇ ਜਿਹੜੇ ਇਸ ਨੂੰ ਸਿੱਖ ਕੇ ਖਰੇ ਉਤਰ ਜਾਣਗੇ ਉਹ ਤਾਂ ਪਾਸ ਹੋ ਜਾਣਗੇ, ਤੇ ਜਿਹੜੇ ਇਕੱਲੀ ਐਡਮਿਸ਼ਨ ਕਰਾ ਕੇ ਫੂਕੀਆਂ ਮਾਰਨਗੇ ਵੀ ਮੈਂ ਇੰਨੇ ਵਧੀਆ ਸਕੂਲ 'ਚ ਐਡਮਿਸ਼ਨ ਕਰਾ ਲਈ, ਤੇ ਐਂਡ ਨੂੰ ਆਂਡਾ ਹੀ ਲੈ ਕੇ ਆਉਣਗੇ, ਤਾਂ ਫਿਰ ਉਹਦਾ ਆਮਲੇਟ ਬਣਾ ਕੇ ਖਾ ਲਿਓ। ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ। ਹੁਣ ਆਮਲੇਟ ਤੋਂ ਗੱਲ ਆਈ ਯਾਦ ਕਿ ਤੁਸੀਂ ਅੱਜ ਸਟਾਰਟਿੰਗ ਦੇ ਵਿੱਚ ਹੀ ਕੁੱਕੜਾਂ ਦੀ ਆਵਾਜ਼ ਬਹੁਤ ਸੁਣੀ ਹੋਏਗੀ। ਇੱਕ ਬ੍ਰਦਰ ਨੇ ਪੁੱਛਿਆ ਵੀ ਸੀ ਕਿ ਤੁਹਾਡੇ ਘਰ ਵਿੱਚ ਕਿੰਨੇ ਕੁੱਕੜ ਆ, ਤਾਂ ਸਾਡੇ ਘਰ ਵਿੱਚ ਕੁੱਕੜ ਤਾਂ ਸਿਰਫ ਇੱਕੋ ਹੀ ਆ, ਤੇ ਉਹਨੇ ਹੀ ਸਾਡੀ ਨੱਕ 'ਚ ਦਮ ਕੀਤਾ ਹੋਇਆ। 2 ਕੁੱਕੜੀਆਂ ਉਹਨਾਂ ਦੀ ਕਦੇ ਆਵਾਜ਼ ਨਹੀਂ ਨਿਕਲਦੀ, ਔਰ ਇਸ ਕੁੱਕੜ ਦੀ ਇੰਨੀ ਆਵਾਜ਼ ਨਿਕਲਦੀ, ਉਹ ਵੀ ਖਾਸ ਕਰਕੇ ਉਦੋਂ ਜਦੋਂ ਮੈਂ ਰਿਕਾਰਡਿੰਗ ਕਰਨੀ ਆ। ਜਦੋਂ ਮੈਂ ਪ੍ਰੇਅਰ ਰਿਕਾਰਡ ਕਰਦੀ ਮੈਨੂੰ ਇੱਕ ਥੱਲੇ ਚਮਚਾ ਡਿੱਗਿਆ ਵੀ ਬਰਦਾਸ਼ਤ ਨਹੀਂਗਾ। ਮੈਨੂੰ ਇਹ ਹੁੰਦਾ ਕਿ ਮੈਂ ਬਿਲਕੁਲ ਸਾਇਲੈਂਟ ਜਗ੍ਹਾ 'ਤੇ ਪ੍ਰੇਅਰ ਕਰਨੀ ਆ, ਮੈਨੂੰ ਬਿਲਕੁਲ ਨੋਇਜ਼ੀ ਏਰੀਆ ਪਸੰਦ ਨਹੀਂ ਵੀ 1% ਦੀ ਡਿਸਟਰਬੈਂਸ ਹੋਵੇ। ਪਰ ਇਹ ਕੁੱਕੜ ਸਾਡਾ ਮੇਰਾ ਇੰਨਾ ਵੱਡਾ ਦੁਸ਼ਮਣ ਆ। ਜਦੋਂ ਮੈਂ ਰਿਕਾਰਡਿੰਗ ਸ਼ੁਰੂ ਕਰਨੀ ਇਹਨੇ ਦਰਵਾਜ਼ੇ ਦੇ ਕੋਲ ਖੜ ਕੇ ਵਾਂਗਾਂ ਦੇਣੀਆਂ। ਇਹ ਗੱਲ ਮੇਰੀ ਪਰਖੀ ਹੋਈ ਆ। ਮੈਨੂੰ ਕਿੰਨਾ ਵੀ ਗੇਟ ਦੇ ਕੋਲ, ਗੇਟ ਸਾਡਾ ਕਾਫੀ ਦੂਰ ਆ, ਮੈਂ ਉੱਥੇ ਰੋਟੀ ਪਾ ਕੇ ਭੱਜੇ ਆਉਣੀ ਆ। ਜਦ ਤੱਕ ਮੈਂ ਆ ਕੇ ਬੈੱਡ 'ਤੇ ਬੈਠਦੀ ਆ ਫਿਰ ਰਿਕਾਰਡਿੰਗ ਲਈ ਫੋਨ ਚੱਕਦੀ ਆ, ਮੇਰੇ ਮਗਰ ਹੀ ਭੱਜੇ ਆਉਂਦਾ ਆ, ਤੇ ਫਿਰ ਗੇਟ ਮੂਹਰੇ ਖੜ ਕੇ ਹੀ ਵਾਂਗਾ ਦਿੰਦਾ। ਤਾਂ ਇਹ ਹੁੰਦੇ ਆ ਢੀਠ ਪ੍ਰਾਣੀ, ਜਿਨ੍ਹਾਂ ਨੂੰ ਜਿੰਨਾ ਮਰਜ਼ੀ ਸਮਝਾ ਲਈ ਉਹਨਾਂ ਨੇ ਨਹੀਂ ਸਮਝਣਾ। ਤੇ ਅਸੀਂ ਇਸ ਕੁੱਕੜ ਵਰਗੇ ਢੀਠ ਪ੍ਰਾਣੀ ਨਹੀਂ ਬਣਨਾ, ਨਾ ਤਾਂ ਆਪਣੀ ਜ਼ਿੰਦਗੀ 'ਚ ਡਿਸਟਰਬੈਂਸ ਕ੍ਰੀਏਟ ਕਰਨੀ ਆ, ਨਾ ਕਿਸੇ ਹੋਰ ਦੀ ਜ਼ਿੰਦਗੀ 'ਚ। ਹੁਣ ਅਸੀਂ ਜਦੋਂ ਸਕੂਲ 'ਚ ਐਡਮਿਸ਼ਨ ਕਰਾਉਣੇ ਆ, ਉਦੋਂ ਜਿਹੜੇ ਨਲਾਇਕ ਬੱਚੇ ਹੁੰਦੇ ਉਹ ਕਈ ਪੜ੍ਹਨ ਵਾਲਿਆਂ ਨੂੰ ਵੀ ਪਿੱਛੇ ਲਾ ਕੇ ਨਲਾਇਕ ਕੰਮ ਕਰਨ ਲੱਗ ਜਾਂਦੇ ਆ। ਮਤਲਬ ਜਿਹੜੇ ਪੜ੍ਹਨ ਵਾਲੇ ਉਹਨਾਂ ਨੂੰ ਵੀ ਪਿੱਛੇ ਲਾ ਲੈਂਦੇ ਵੀ ਤੂੰ ਛੱਡ ਪਰਾਂ, ਪੜ੍ਹ ਕੇ ਆਪਣੇ ਮਾਂ-ਬਾਪ ਕੋਲੇ ਬਹੁਤ ਪੈਸੇ ਆ, ਪੈਸੇ ਦੇ ਕੇ ਪਾਸ ਕਰਵਾ ਦੇਣਗੇ। ਤੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੀ ਗੜਬੜੀ ਨਹੀਂ ਕਰਨੀ, ਤੇ ਨਾ ਹੀ ਅਸੀਂ ਖੁਦ ਗੜਬੜੀ ਵਾਲੀ ਲਾਈਫ 'ਚ ਪੈਣਾ ਆ। ਜਦੋਂ ਅਸੀਂ ਚਰਚ ਜਾਂਦੇ, ਬਹੁਤ ਸਾਰੇ ਕਈ ਭੈਣ ਭਾਈ ਚਰਚ ਜਾਂਦੇ, ਜਿਨ੍ਹਾਂ ਦਾ ਵਧੀਆ ਮਨ ਲੱਗਦਾ ਚਰਚ 'ਚ ਬੜੀ ਖੁਸ਼ੀ ਨਾਲ ਜਾਂਦੇ ਆ। ਜਿਨ੍ਹਾਂ ਦਾ ਮਨ ਹੀ ਨਹੀਂ ਲੱਗਦਾ ਉਹ ਵੀ ਉਹਨੂੰ ਟਾਲਾ ਮਾਰ ਕੇ ਲੈ ਜਾਏਗਾ ਵੀ ਛੱਡ, ਅੱਜ ਆਪਾਂ ਪਾਰਟੀ 'ਤੇ ਜਾਂਦੇ, ਅਗਲੇ ਹਫਤੇ ਚੱਲੀ, ਅੱਜ ਆਪਾਂ ਮੂਵੀ 'ਤੇ ਜਾਂਦੇ, ਤੂੰ ਅਗਲੇ ਹਫਤੇ ਚੱਲੀ। ਇੱਦਾਂ ਕਰਦੇ ਕਰਦੇ ਉਹਦਾ ਰੂਟੀਨ ਤੋੜ ਦਿੰਦੇ, ਉਹਨੂੰ ਵੀ ਪਰਮੇਸ਼ਰ ਵੱਲੋਂ ਤੋੜ ਲੈਂਦੇ। ਜਿਹਦਾ ਪੂਰਾ ਮਨ ਲੱਗਦਾ ਚਰਚ 'ਚ, ਜਿਹੜਾ ਬਹੁਤ ਕੁਝ ਸਿੱਖ ਕੇ ਆਉਂਦਾ ਆ, ਜਿਹਦੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ, ਉਹ ਜ਼ਰੂਰ ਜਾਵੇ ਅਤੇ ਉਹ ਕਿਸੇ ਦੇ ਪਿੱਛੇ ਲੱਗ ਕੇ ਆਪਣੀ ਤਾਲੀਮ ਦੀ ਕਲਾਸ ਨੂੰ ਛੱਡੇ ਨਾ। ਕਿਉਂਕਿ ਚਰਚ ਪਰਮੇਸ਼ਰ ਦੇ ਦੁਆਰਾ ਅਜਿਹੀ ਚੀਜ਼ ਹੈ ਜਿੱਥੇ ਸਾਨੂੰ ਸਿੱਖਣ ਦੇ ਲਈ ਈਵਨ ਕਿ ਆਤਮਿਕ ਕਲਾਸਿਸ ਮਿਲਦੀਆਂ ਆ। ਤੇ ਜਿਹੜੇ ਭੈਣ ਭਾਈ ਕਹਿੰਦੇ ਵੀ ਚਰਚ ਵਿੱਚ ਸਾਨੂੰ ਸ਼ਾਂਤੀ ਨਹੀਂ ਮਿਲਦੀ, ਨਾ ਸਾਨੂੰ ਸਿੱਖਣ ਨੂੰ ਮਿਲਦਾ, ਪਰ ਜਦੋਂ ਅਸੀਂ ਘਰੇ ਬਹਿ ਕੇ ਸੁਣਦੇ ਹਾਂ ਜਾਂ ਫਿਰ ਘਰੇ ਬਹਿ ਕੇ ਆਪ ਪੜ੍ਹਦੇ ਹਾਂ, ਸਾਨੂੰ ਉੱਥੋਂ ਯਾਦ ਵੀ ਰਹਿ ਜਾਂਦਾ, ਸਿੱਖਣ ਨੂੰ ਵੀ ਮਿਲਦਾ। ਤਾਂ ਮੇਨ ਮਕਸਦ ਸਾਡਾ ਸਿੱਖਣਾ ਹੀ ਆ। ਹੁਣ ਇਹਦੇ ਵਿੱਚ ਅਸੀਂ ਅਗਰ ਸੰਸਾਰਿਕ ਸਕੂਲ ਦੀ ਵੀ ਗੱਲ ਕਰੀਏ ਤਾਂ ਬਹੁਤ ਸਾਰੇ ਬੱਚੇ ਹੁੰਦੇ ਜਿਨ੍ਹਾਂ ਨੇ ਰੈਗੂਲਰ ਕਲਾਸਾਂ ਲਈਆਂ ਹੁੰਦੀਆਂ, ਰੈਗੂਲਰ ਸਕੂਲ ਜਾਂ ਕਾਲਜ ਜਾਂਦੇ ਆ ਅਤੇ ਉੱਥੋਂ ਪੜ੍ਹ ਕੇ ਆਉਂਦੇ, ਫਿਰ ਇਗਜ਼ਾਮ ਦਿੰਦੇ। ਬਹੁਤ ਸਾਰੇ ਭੈਣ ਭਾਈ ਜਿਨ੍ਹਾਂ ਨੇ ਨੋਨ ਅਟੈਂਡਿੰਗ ਐਡਮਿਸ਼ਨ ਕਰਵਾਈ ਹੁੰਦੀ ਆ ਕਿ ਉਹ ਘਰੇ ਬਹਿ ਕੇ ਪੜ੍ਹਦੇ ਆ, ਸਿਰਫ ਇਗਜ਼ਾਮ ਦੇਣ ਜਾਂਦੇ ਆ। ਅਤੇ ਜਿਨ੍ਹਾਂ ਨੂੰ ਭਰੋਸਾ ਵੀ ਮੈਂ ਘਰੇ ਬਹਿ ਕੇ ਹੀ ਵਧੀਆ ਰਿਜ਼ਲਟ ਲਿਆ ਸਕਦਾ, ਉਹ ਘਰੇ ਬਹਿ ਕੇ ਪੜ੍ਹ ਲਓ। ਜਿਨ੍ਹਾਂ ਨੂੰ ਇਹ ਆ ਵੀ ਮੈਂ ਥੋੜ੍ਹਾ ਵੀਕ ਸਟੂਡੈਂਟ ਆ, ਮੈਨੂੰ ਕੋਈ ਸਿਖਾਏਗਾ ਤਾਂ ਸਮਝ ਆਏਗੀ, ਅਤੇ ਜੇ ਮੈਂ ਚਰਚ ਜਾਵਾਂਗਾ ਤਾਂ ਮੈਨੂੰ ਉੱਥੋਂ ਸਿੱਖਣ ਨੂੰ ਮਿਲਦਾ, ਉਹ ਚਰਚ ਜ਼ਰੂਰ ਜਾਵੇ। ਮਕਸਦ ਸਾਡਾ ਸਿੱਖਣ ਦਾ ਆ, ਉਹ ਸਿੱਖ ਅਸੀਂ ਕਿੱਥੇ ਬਹਿ ਕੇ ਰਹੇ ਹਾਂ ਇਹ ਮੈਟਰ ਨਹੀਂ ਕਰਦਾ। ਤਾਂ ਇਸ ਕਰਕੇ ਸਿੱਖੋ ਜ਼ਰੂਰ, ਕਿਉਂਕਿ ਜੇ ਗੁਰੂ ਨੇ ਸਾਨੂੰ ਪਰਮੇਸ਼ਰ ਨੇ ਸਾਨੂੰ ਗੁਰੂ ਦਿੱਤਾ, ਗੁਰੂ ਨੇ ਸਾਨੂੰ ਸਿੱਖਿਆ ਦਿੱਤੀ, ਅਤੇ ਜੇ ਉਹ ਸਿੱਖਿਆ ਨੂੰ ਅਸੀਂ ਲਿਆ ਹੀ ਨਾ, ਤਾਂ ਨਾ ਤਾਂ ਪਰਮੇਸ਼ਰ ਦੇ ਗੁਰੂ ਭੇਜਣ ਦਾ ਫਾਇਦਾ ਹੋਇਆ, ਨਾ ਸਾਡਾ ਉਸ ਗੁਰੂ ਦੀਆਂ ਗੱਲਾਂ ਨੂੰ ਸੁਣਨ ਦਾ ਫਾਇਦਾ ਹੋਇਆ। ਅਤੇ ਰਹੀ ਗੱਲ ਨਵੇਂ ਸਿਰੋਂ ਜੰਮਣ ਦੀ, ਤਾਂ ਜਿੰਨਾ ਵਾਰ ਅਸੀਂ ਪਰਮੇਸ਼ਰ 'ਚ ਅੱਜ ਆਏ ਹਾਂ ਨਾ, ਕੱਲ੍ਹ ਹੀ ਬਪਤਿਸਮਾ ਲੈ ਲਈਏ, ਐਡਮਿਸ਼ਨ ਤਾਂ ਹੋ ਗਈ ਪਰ ਗਿਆਨ ਨਹੀਂ ਹੈਗਾ। ਹਰ ਬਿਨਾਂ ਗਿਆਨ ਦੇ ਅਸੀਂ ਸਵਰਗ ਨਹੀਂ ਜਾ ਸਕਦੇ। ਬਪਤਿਸਮੇ ਦੇ ਦੁਆਰਾ ਸਾਡੀ ਐਡਮਿਸ਼ਨ ਤਾਂ ਹੋ ਜਾਏਗੀ। ਇਸ ਗੱਲ ਨੂੰ ਮਿਕਸ ਨਹੀਂ ਕਰਨਾ ਕਿ ਬਪਤਿਸਮਾ ਲੈਣਾ ਜ਼ਰੂਰੀ ਆ, ਜਿੱਦਾਂ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਣੀ ਜ਼ਰੂਰੀ ਆ ਨਾ, ਫੇਰ ਹੀ ਕਲਾਸਾਂ ਮਿਲਣਗੀਆਂ, ਉਸੇ ਤਰ੍ਹਾਂ ਬਪਤਿਸਮਾ ਲੈਣਾ ਜ਼ਰੂਰੀ ਆ। ਪਰ ਬਪਤਿਸਮਾ ਹਨੇਰੇ 'ਚ ਨਹੀਂ ਲੈਣਾ, ਬਪਤਿਸਮਾ ਜਲਦਬਾਜ਼ੀ 'ਚ ਨਹੀਂ ਲੈਣਾ, ਬਪਤਿਸਮਾ ਬਿਨਾਂ ਸਮਝ ਬੁੱਝ ਤੋਂ ਨਹੀਂ ਲੈਣਾ। ਤੁਸੀਂ ਸੋਚੋ ਵੀ ਜੇ ਅਸੀਂ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਇੱਕ ਉਸ ਬੱਚੇ ਨੂੰ, ਮੈਡੀਕਲ ਵਾਲੇ ਬੱਚੇ ਦੀ ਐਡਮਿਸ਼ਨ ਐਗਰੀਕਲਚਰ ਡਿਪਾਰਟਮੈਂਟ 'ਚ ਕਰਾ ਦਾਂਗੇ, ਤਾਂ ਸਾਨੂੰ ਵੀ ਪਤਾ ਵੀ ਉਹ ਬੱਚਾ ਮੈਚ ਨਹੀਂ ਕਰਦਾ, ਨਾ ਉਹਦਾ ਪ੍ਰੋਫੈਸ਼ਨ ਤੇ ਨਾ ਉਹਦੀ ਨੌਲੇਜ। ਉਸੇ ਤਰ੍ਹਾਂ ਜਿੰਨਾ ਚਿਰ ਅਸੀਂ ਸੰਸਾਰਿਕ ਹਾਂ, ਜਿੰਨਾ ਚਿਰ ਸਾਡੀਆਂ ਸੋਚਾਂ ਵਾ, ਸਾਡੀਆਂ ਗੱਲਾਂ, ਸਾਡਾ ਜੀਵਨ ਸੰਸਾਰਿਕ ਆ, ਉਹਨਾਂ ਚਿਰ ਆਤਮਿਕ ਰਸਮ ਨੂੰ ਪੂਰਾ ਨਾ ਕਰੋ। ਜਦੋਂ ਅਸੀਂ ਆਤਮਿਕ ਹੋ ਗਏ ਉਦੋਂ ਆਤਮਿਕ ਰਸਮ ਨੂੰ ਪੂਰਾ ਕਰੋ, ਜਦੋਂ ਅਸੀਂ ਬਿਲਕੁਲ ਤਿਆਰ ਹਾਂ।
एक बच्चा जिहड़ा क्लास विचों 10 विचों मसा 2 नंबर लैंदा सी ते ओहदी नॉन मैडिकल च असीं एडमिशन करा दांगे, वो बच्चा किसी हाल च पूरा नहीं कर पाएगा उन्होंने। उसी तरह बपतिस्मा एक एडमिशन आ, ते जिहड़ा बच्चा आत्मिक ज्ञान दे लई बिल्कुल तैयार है भी हाँ मैं जो सिखांगा मैं उन्होंने छड्डांगा नहीं, उन्होंने फड़ के रखांगा, वो बपतिस्मा लवे। ते बपतिस्मे तो बाद जिहड़ियां क्लासिस लगणियां उन्होंने डेली ज्वाइन करे, हर रोज़ सीखे, हर रोज़ नवीआं गल्लां सीखे, क्योंकि नवां जन्म सीखण तो बिना अधूरा आ। नवां जन्म बच्चा लैंदा ते उदों बच्चे नूं ना टेढ़े होण दा पता, ना सिद्धे होण दा पता, ना बोलण दा पता, ना हूं दा पता, ना हां दा पता, ना मम्मी दा पता। एवें जदों महीने 2-6 दा महीना बच्चा एवें उहदे वल देख के जो उहने हੱਸ लिया ते कहना इहने साडी गल समझ ली। उहनूं समझ भावें ना ही होवे, सानूं खुशी हो जांदी भी हाँ उहने वेख के साडे वल हੱਸ लिया, पर सानूं भी पता भी उहनूं समझ नहीं हुंदी, एवें असीं टीवी लाई जांदे हुंदे आ। उस तरह जिन्ना चਿਰ सानू पूरी समझ बुझ नहीं आती उन्ना चਿਰ असी इस बपतिस्मा की रस्म नूं नहीं लैना। जदों लै लिया बपतिस्मा उदों अपने आप नूं पूरा तैयार करना भी मैं आत्मिक ज्ञान के लिए बपतिस्मा लिया तो मैं आत्मिक ज्ञान च वधना आ, परमेश्वर के राह ते चलना आ, कोई उलंघना नहीं करनी, जिहड़ा काम बोलिया नहीं करना वो नहीं करना, जिहड़ा काम बोलिया करना वो करना आ। फिर होएगा सचमुच साडा नवें सिरे तो जन्म, अते फिर असी कह सकते हैं भी हुण असी परमेश्वर के राज विच वड़न दे योग होवांगे, हो गए हैं या हो सकते हैं। हालेलुया। तो आओ अज इन्हां वचनां दे द्वारा परमेश्वर की हज़ूरी विच प्रार्थना करांगे। हालेलुया 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 हालेलुया। धन्नवाद 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 करदे महान पिता परमेश्वर सेना दे प्रभु यहोवा, तुहाडी पवित्र हज़ूरी अगे झुकदे पिता परमेश्वर, तुहाडे नाम नूं महिमा ते वडियाई दिंदे है प्रभु जी। अज दी शाम दे लई तुहाडा दिल तो धन्नवाद करदे महान पिता परमेश्वर, तुसीं दया करन वाले हो दया करो प्रभु जी, आज़ाद करन वाले हो आज़ाद करो पिता परमेश्वर। सचमुच महान खुदावंद असीं जिंदगी भर दे विच होए सारे गलतियां गुनाहां तो तौबा करदे हैं पिता। असी विश्वास करते हैं प्रभु जी तुसीं वचन दे विच कह के राह सच्चाई अते जीवन मैं हाँ। खुदावंद असीं तुहाडे राह ते चलीए, सच्चाई दे नाल चलीए अते जीवन नूं प्राप्त करन तक चलदे रहिए पिता परमेश्वर। असीं तुहाडे राह नूं ना छड्डीए, ना सच्चाई नूं छड्डीए अते ना ही उस जीवन दा पिछा छड्डीए पिता परमेश्वर। तुसीं क्या कि यहोवा दी तलाश करो जद तक वो मिल ना जावे, असीं उस जीवन दी अते यहोवा दी तलाश करदे रहिए जद तक वो सानूं मिल ना जावे पिता परमेश्वर। असीं उस सदा दे जीवन नूं प्राप्त करन दे लई दिन रात मेहनत करिए पिता परमेश्वर। असीं इस धरती उत्ते अमर होण दी कोशिश ना करिए प्रभु जी, असीं अमर होइए तां पिता परमेश्वर स्वर्ग राज दे विच सचमुच असीं पिता परमेश्वर पवित्र आत्मा दे विच जिउंदे रहिए पिता परमेश्वर। असीं दूतां दे विच टहल सेवा दे विच बने रहिए पिता, जिद्दां दूतां ने तुहाडी टहल सेवा कीती असीं भी स्वर्ग राज दे विच पहुंचीए ते तुहाडी टहल सेवा करिए, तुहाडी महिमा वडियाई करिए, तुहाडे लई जबूर भजन गाइए, तुहाडे लई नच्चीए गाइए ते तुहाडे लई आनंद करिए पिता परमेश्वर। साडे होण दा साडे ना होण दा सारा श्रेय तुहाडे वल जावे पिता परमेश्वर। साडीआं सोचां साडीआं ख्यालां दे विच तुहाडा कब्जा वास कंट्रोल होवे पिता परमेश्वर। सचमुच खुदावंद तुहाडे चेलियां ने तुहाडे लोकां ने तुहानूं कबूल किया कि तुसीं परमेश्वर दे द्वारा भेजे होए एक चंगे अते आत्मिक गुरु आ। सचमुच तुसीं सानूं आत्मिक अते संसारिक दोनों तरह की सिक्ख्या दित्ती खुदावंद, पर असीं पापी अते गुनहगार है खुदावंद, जो असीं ना संसारिक रूप में सही चल सके ना ही आत्मिक रूप दे विच सही चल सके। खुदावंद तुसीं कह चोरी ना कर, झूठ ना बोल, व्यभिचार ना कर, जनाह ना कर, अपने गवांढी नाल प्यार रख, तां जो संसार दे विच साडी इज्जत बनी रहे। पर असीं इन्हां सारियां गल्लां दा इनकार कीता ते इन्हां सारियां बुराइयां दे विच पै गए। खुदावंद तुसीं आत्मिक ज्ञान दे विच सानूं कह के परमेश्वर दे राहां ते चल, किसे नाल बुरा ना कर, किसे दी बुराई ना कर, किसे दे लई मन विच खोट ना रख, किसे वल बुरा ना तक, परमेश्वर दे राहां तो ना भटक, आत्मिक ज्ञान नूं प्राप्त करन लगा रह, आपसी प्यार भाईचारे अते मिलवर्तन विच रह। खुदावंद असीं इस हुक्मां नूं भी टालिया, ठोकर मारी अते असीं पाप दे राहां ते चल गए। खुदावंद हुण असीं इस जीवन नूं बिल्कुल खराब कर लिया, सचमुच सानूं नवें सिरों जन्म लैण दी जरूरत है परमेश्वर पिता। उस हर एक भैन भाई ने जिन्हें हुण तक अपने आप नूं परमेश्वर दे नाम विच तौबा दे विच नहीं लैके आंदा, जिन्हें तौबा नहीं कीती कि मैं संसार वल्लों अज मरदा ते परमेश्वर वल्लों जी उठदा आ, अज वो हर एक भैन भाई अपने आप नूं तैयार करे अते तुहाडे नाम दे विच
ਆਤਮਾ ਅਤੇ ਪਾਣੀ ਤੋਂ ਜਨਮ ਲੈਣ ਦੇ ਲਈ ਰੈਡੀ ਹੋਣ ਖੁਦਾਵੰਦ, ਅਤੇ ਇਸ ਗੱਲ ਦਾ ਵਾਅਦਾ ਕਰਨ ਆਪਣੇ ਪਰਮੇਸ਼ਰ ਦੇ ਨਾਲ ਕਿ ਅਸੀਂ ਅੱਜ ਤੋਂ ਪਾਪ ਨਾ ਕਰਾਂਗੇ। ਅੱਜ ਤੋਂ ਅਸੀਂ ਪਰਮੇਸ਼ਰ ਗਲਤ ਰਾਹਾਂ ਚੋਂ ਨਿਕਲ ਜਾਵਾਂਗੇ। ਅੱਜ ਤੋਂ ਖੁਦਾਵੰਦ ਅਸੀਂ ਪਾਪਾਂ ਦੇ ਰਾਹੋਂ ਆਪਣੇ ਆਪ ਨੂੰ ਦੂਰ ਕਰਕੇ ਪਿਤਾ ਪਰਮੇਸ਼ਰ ਤੁਹਾਡੀ ਮਹਿਮਾ ਦੇ ਵਿੱਚ ਵਧਾਂਗੇ, ਤੁਹਾਡੀ ਕਿਰਪਾ ਦੇ ਵਿੱਚ ਵਧਾਂਗੇ। ਅਸੀਂ ਤੁਹਾਡੇ ਆਤਮਿਕ ਗਿਆਨ ਨੂੰ ਪ੍ਰਾਪਤ ਕਰਨ ਦੇ ਵਿੱਚ ਲੱਗੇ ਰਵਾਂਗੇ। ਅਸੀਂ ਫਿਰ ਤੋਂ ਨਵੇਂ ਸਿਰੋਂ ਜਨਮ ਲੈਣ ਦੇ ਵਿੱਚ ਪਿਤਾ ਪਰਮੇਸ਼ਰ ਮਿਹਨਤ ਅਤੇ ਸਫਲਤਾ ਪੂਰਵਕ ਉਸ ਚੀਜ਼ ਨੂੰ ਪੂਰਾ ਕਰਾਂਗੇ। ਪਿਤਾ ਜੀ, ਅਸੀਂ ਤੁਹਾਡੇ ਆਤਮਿਕ ਗਿਆਨ ਅਤੇ ਸਫਲਤਾ ਪੂਰਵਕ ਵਰਦਾਨਾਂ ਨੂੰ ਪ੍ਰਾਪਤ ਕਰੀਏ। ਪਿਤਾ ਪਰਮੇਸ਼ਰ, ਉਸ ਆਤਮਿਕ ਸਮਝ ਅਤੇ ਬੁੱਧ ਨੂੰ ਪ੍ਰਾਪਤ ਕਰੀਏ ਜਿਹੜੀ ਤੁਹਾਡੇ ਵੱਲੋਂ ਮਿਲਦੀ ਆ। ਤੁਸੀਂ ਕਿਹਾ ਕਿ ਇੱਜ਼ਤ ਪੱਤ ਅਤੇ ਮਾਇਆ ਯਹੋਵਾ ਹੀ ਦਿੰਦਾ ਆ। ਇੱਜ਼ਤ ਪੱਤ ਸਾਨੂੰ ਮਿਲੇ ਪਿਤਾ ਪਰਮੇਸ਼ਰ, ਔਰ ਵਿਅਰਥ ਦੀ ਮਾਇਆ ਦਾ ਅਸੀਂ ਲਾਲਚ ਨਾ ਕਰੀਏ। ਅਸੀਂ ਸਵਰਗੀ ਧਨ ਨੂੰ ਇਕੱਠਾ ਕਰੀਏ ਤੇ ਸਵਰਗੀ ਚੀਜ਼ਾਂ ਦੀ ਇੱਛਾ ਅਤੇ ਲਾਲਚ ਰੱਖੀਏ। ਹਰ ਇੱਕ ਭੈਣ ਭਾਈ ਜੋ ਅੱਜ ਇਸ ਵਚਨ ਪ੍ਰਾਰਥਨਾ ਦੇ ਨਾਲ ਤੁਹਾਡੀ ਹਜ਼ੂਰੀ 'ਚ ਬੈਠਾ ਪਿਤਾ, ਹਰ ਇੱਕ ਜਨ ਨਵੇਂ ਸਿਰੋਂ ਜਨਮ ਲਵੇ ਅਤੇ ਨਵੇਂ ਸੁਭਾਅ, ਨਵੀਂ ਜ਼ਿੰਦਗੀ, ਨਵੇਂ ਚਾਲ ਚੱਲਣ ਤੇ ਨਵੇਂ ਕੰਮਾਂ ਨੂੰ ਗ੍ਰਹਿਣ ਕਰਦਾ ਹੋਇਆ ਤੁਹਾਡੇ ਨਾਮ ਦੇ ਵਿੱਚ ਵਧੇ ਅਤੇ ਤਰੱਕੀ ਕਰੇ। ਖੁਦਾਵੰਦ, ਹਰ ਇੱਕ ਜਨ ਨੂੰ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੇ ਹੋਏ ਇਹਨਾਂ ਦੇ ਆਤਮਿਕ ਗਰੋਥ, ਆਤਮਿਕ ਦਾਨ, ਵਰਦਾਨ ਅਤੇ ਆਤਮਿਕ ਫਲਾਂ ਨੂੰ ਸਵਰਗ ਰਾਜ ਦੇ ਵਿੱਚੋਂ ਰਿਲੀਜ਼ ਕਰਦੇ ਪਿਤਾ ਪਰਮੇਸ਼ਰ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।